ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੈਲਕਮ, ਆਪ ਸਭ ਦਾ ਸਵਾਗਤ ਹੈ ਖਾਲਸਾ ਰਾਜ ਦੇ ਸੀਜ਼ਨ 1 ਐਪੀਸੋਡ 2 ਦੇ ਵਿੱਚ। ਸੈਕੰਡ ਐਪੀਸੋਡ। ਸਾਡੀ ਅੱਜ ਦੀ ਜੋ ਮੁਲਾਕਾਤ ਹੋਣ ਵਾਲੀ ਹੈ ਉਹ ਹੈ ਸਰਦਾਰ ਅਨਮੋਲ ਸਿੰਘ ਜੀ, ਜੋ ਕਿ ਕੋਰਾ ਨਾਮ ਦੀ ਇੱਕ US ਕੰਪਨੀ ਦੇ ਵਿੱਚ ਕੰਮ ਕਰਦੇ ਪਏ ਨੇ ਐਜ਼ ਅ ਸੌਫਟਵੇਅਰ ਇੰਜੀਨੀਅਰ। ਆਪ ਸਭ ਦੀ ਜਾਣਕਾਰੀ ਵਾਸਤੇ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਉਹ ਇੰਡੀਅਨ ਲਾਅ ਦੀ ਕਾਫੀ ਡੂੰਘੀ, ਕਾਫੀ ਗਹਿਰਾਈ ਤੱਕ ਨੌਲੇਜ ਰੱਖਦੇ ਨੇ। ਤੇ ਅੱਜ ਆਪਾਂ ਉਹਨਾਂ ਦੇ ਨਾਲ ਵਿਚਾਰਾਂ ਸਾਂਝੀਆਂ ਕਰਾਂਗੇ, ਵਿਚਾਰਾਂ ਉਹਨਾਂ ਦੀਆਂ ਸੁਣਾਂਗੇ। ਲੈਟਸ ਮੀਟ ਸਰਦਾਰ ਅਨਮੋਲ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵੈਲਕਮ ਟੂ ਖਾਲਸਾ ਰਾਜ YouTube ਚੈਨਲ। ਤੇ ਯੂਜੂਅਲੀ ਅਸੀਂ ਜਦੋਂ ਵੀ ਆਪਣਾ ਇਹ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਤੇ ਅਸੀਂ ਆਪਣੇ ਗੈਸਟ ਨੂੰ ਬੋਲਦੇ ਹਾਂ ਕਿ ਉਹ ਆਪਣੀ ਛੋਟੀ ਜਿਹੀ ਇੱਕ ਇੰਟਰੋਡਕਸ਼ਨ ਦੇਣ। ਇੰਟਰੋਡਕਸ਼ਨ ਤੋਂ ਬਾਅਦ ਫਿਰ ਜੋ ਸਾਡਾ ਟੌਪਿਕ ਹੈ ਆਪਾਂ ਟੌਪਿਕ ਤੇ ਆ ਜਾਵਾਂਗੇ। ਠੀਕ ਹੈ, ਜ਼ਰੂਰ ਜੀ। ਮੈਂ ਅੰਮ੍ਰਿਤਸਰ ਤੋਂ ਹਾਂ, ਪੰਜਾਬ ਦੇ ਵਿੱਚੋਂ। ਤੇ ਹਾਈ ਸਕੂਲ ਮੈਂ ਉੱਥੇ ਅੰਮ੍ਰਿਤਸਰ ਦੇ ਵਿੱਚ ਕੀਤਾ, DAV ਪਬਲਿਕ ਸਕੂਲ ਲਾਰੈਂਸ ਰੋਡ ਮੈਂ ਪੜ੍ਹਿਆ। ਤੇ ਉਸ ਤੋਂ ਬਾਅਦ ਮੈਂ ਇੱਥੇ ਆ ਗਿਆ ਕੈਲੀਫੋਰਨੀਆ, UC ਰਿਵਰਸਾਈਡ ਦੇ ਵਿੱਚ। ਮੈਂ ਕੰਪਿਊਟਰ ਸਾਇੰਸ ਦੇ ਵਿੱਚ ਡਿਗਰੀ ਕੀਤੀ ਹੈ। ਤੇ ਹਾਂਜੀ, ਇਸ ਵੇਲੇ ਮੈਂ ਐਜ਼ ਅ ਸੌਫਟਵੇਅਰ ਇੰਜੀਨੀਅਰ ਕੰਮ ਕਰਦਾ। ਤੇ ਭਾਵੇਂ ਆ ਇੱਥੇ ਗਏ ਆ, ਪਰ ਪਿਆਰ ਸਾਡਾ ਅਜੇ ਵੀ ਪੰਜਾਬ ਦੇ ਨਾਲ ਹੀ ਹੈ। ਤੇ ਮਤਲਬ ਜੋ ਕੁਝ ਕਰ ਸਕਦੇ ਆ ਪੰਜਾਬ ਲਈ ਕਰੀਦਾ। ਗ੍ਰੇਟ। ਤੇ ਆਪਣਾ ਤੁਸੀਂ ਥੋੜਾ ਜਿਹਾ ਚੈਲੰਜਸ ਵਗੈਰਾ ਵੀ ਕੁਝ ਦੱਸੋ। ਤੁਹਾਨੂੰ ਕੋਈ ਇਦਾਂ ਸਰੂਪ ਨੂੰ ਲੈ ਕੇ US ਦੇ ਵਿੱਚ ਚੈਲੰਜਸ ਵਗੈਰਾ ਤੇ ਨਹੀਂ ਆਉਂਦੇ? ਕੋਈ ਇਦਾਂ ਪਰੇਸ਼ਾਨੀ ਕਦੀ ਆਈ ਹੋਵੇ? ਬਿਲਕੁਲ ਨਹੀਂ ਭਾਈ, ਮੈਨੂੰ ਨਹੀਂ ਕਦੀ ਹੋਇਆ। ਹਾਂ, ਕੁਝ ਹੋਰ ਬੰਦੇ ਹੈਗੇ ਨੇ ਉਹਨਾਂ ਨਾਲ ਹੋਇਆ, ਮਤਲਬ ਸੱਚ ਦੱਸਦੇ ਨੇ। ਪਰ ਮੈਨੂੰ ਪਰਸਨਲੀ ਮੈਨੂੰ ਨਹੀਂ ਕਦੀ ਕਿਸੇ ਨੇ ਦੂਜੇ ਦੀ ਝਾਕ ਕੇ ਵੀ ਵੇਖਿਆ ਕਿ ਇਹ ਬੰਦਾ ਕੌਣ। ਕਦੀ ਨਹੀਂ, ਕੈਲੀਫੋਰਨੀਆ ਦੇ ਵਿੱਚ ਕਦੀ ਨਹੀਂ ਹੋਇਆ ਇਦਾਂ। ਆਲਰਾਈਟ। ਕਦੀ ਤੁਸੀਂ ਜੌਬ ਦੇ ਦੌਰਾਨ ਤੁਹਾਨੂੰ ਇਦਾਂ ਦੀ ਕਦੀ ਕੋਈ ਪਰੇਸ਼ਾਨੀ ਆਈ ਹੋਵੇ ਕਿ ਵੀ ਕੋਈ ਇਦਾਂ ਦੀ ਦਿੱਕਤ ਨਹੀਂ ਆਈ ਹੈ ਨਾ? ਨਹੀਂ, ਬਿਲਕੁਲ। ਸਗੋਂ ਜੌਬ ਪਰ ਹੀ ਮੈਂ ਤੁਹਾਨੂੰ ਦੱਸਦਾ ਇੱਕ ਫਨੀ ਸਟੋਰੀ ਆ। ਇੱਥੇ ਜਿਹੜੇ ਦੂਜੇ ਪੰਜਾਬੀ ਕਈ ਮੁੰਡੇ ਸੀ ਜਿਹੜੇ ਮੋਲੇ ਆ, ਉਹ ਸਗੋਂ ਮੈਨੂੰ ਕਹਿੰਦੇ ਹੁੰਦੇ ਸੀ ਕਿ ਤੈਨੂੰ ਜੌਬ ਨਹੀਂ ਮਿਲਣੀ ਜਾਂ ਤੈਨੂੰ ਜੌਬ ਔਖੀ ਮਿਲੂਗੀ। ਤੇ ਮੈਂ ਗੂਗਲ ਦੇ ਵਿੱਚ ਇੰਟਰਵਿਊ ਦਿੱਤਾ ਤੇ ਮੈਂ ਇੱਕ ਹੋਰ ਕੰਪਨੀ ਹੈ ਕੋਰਾ, ਜਿੱਥੇ ਮੈਂ ਹੁਣ ਕੰਮ ਕਰਦਾ, ਉੱਥੇ ਇੰਟਰਵਿਊ ਦਿੱਤਾ। ਮੈਨੂੰ ਕੋਈ ਪ੍ਰੋਬਲਮ ਆਈ ਨਹੀਂ, ਮੇਰੇ ਦੋਵੇਂ ਜਗ੍ਹਾ ਇੰਟਰਵਿਊ ਪਾਸ ਹੋ ਗਿਆ। ਮਤਲਬ ਗੱਲ ਹੀ ਕੋਈ ਨਹੀਂ। ਇੱਥੇ ਹੈਗੇ ਨੇ ਸਰਦਾਰ ਹੋਰ ਵੀ ਕੰਪਨੀਆਂ ਦੇ ਵਿੱਚ। ਤੇ ਸਗੋਂ ਜਿਹੜੇ ਆਪਣੇ ਦੇਸੀ ਲੋਕ ਨੇ ਉਹਨਾਂ ਦੇ ਦਿਮਾਗ 'ਚ ਕਹਿ ਲਓ ਵੀ ਇਨਫੀਰੀਓਰਿਟੀ ਕੰਪਲੈਕਸ ਆ ਇੱਕ, ਕਿ ਜੇ ਮੈਂ ਦਾੜੀ ਰੱਖੀ ਮੈਨੂੰ ਲੋਕੀ ਘੱਟ ਸਮਝਣਗੇ। ਪਰ ਮੇਰੇ ਨਾਲ ਕਦੀ ਏਦਾਂ ਨਹੀਂ ਹੋਇਆ। ਜਿਹਨੇ ਦਾੜੀ ਰੱਖੀ ਹੈ ਰਾਈਟ। ਤੁਸੀਂ ਬਹੁਤ ਅੱਛਾ ਐਗਜ਼ਾਮਪਲ ਸੈੱਟ ਕਰਦੇ ਪਏ, ਕਿਉਂਕਿ ਬੜੇ ਸਾਰੇ ਇਦਾਂ ਦੇ ਯੂਥ ਹੈਗੇ ਜੋ ਇਸ ਟਾਈਮ ਆਪਣੇ ਕੇਸ ਕਤਲ ਕਰਵਾ ਲੈਂਦਾ। ਦੇਖੋ, ਦੋ ਰੀਜ਼ਨਸ ਹੈਗੇ। ਇੱਕ ਤੇ ਇਹ ਕਿ ਵੀ ਉਹਨਾਂ ਨੂੰ ਪਰਿਵਾਰ ਵੱਲੋਂ ਹੀ ਨਾ ਮਿਲੇ ਹੋਣ, ਹਨਾ। ਹੁਣ ਜਿੱਦਾਂ ਮੇਰੇ ਵਾਲਾ ਐਗਜ਼ਾਮਪਲ ਲੈ ਲਈਏ ਕਿ ਵੀ ਮੈਨੂੰ ਪਰਿਵਾਰ ਵੱਲੋਂ ਨਹੀਂ ਮਿਲੇ। ਮੇਰੇ ਪਰਿਵਾਰ 'ਚ ਸਾਰਿਆਂ ਨੇ ਕੇਸ ਕੀਤੇ ਹੋਏ ਸੀ। ਪਿੱਛੋਂ ਦੀ ਅਗਰ ਦਾਦਕੇ ਜਾਂ ਨਾਨਕੇ ਦੇਖੇ ਜਾਣ ਤੇ ਉਹ ਹਿੰਦੂ ਸੀਗੇ। ਤੇ ਇੱਕ ਤੇ ਇਹ ਕੇਸ ਹੋ ਜਾਂਦਾ। ਦੂਜਾ ਕੇਸ ਹੋ ਜਾਂਦਾ ਕਿ ਵੀ ਅਸੀਂ ਬਾਕੀ ਜਿਹੜੀ ਨਾਰਮਲ ਜਨਤਾ ਹੈ ਉਹਦੇ ਵਿੱਚ ਮਿਲਣ ਵਾਸਤੇ, ਰਲਣ ਵਾਸਤੇ ਆਪਾਂ ਉਹਨਾਂ ਵਰਗਾ ਭੇਖ ਕਰ ਲਿਆ। ਤੇ ਇਸ ਕਰਕੇ ਉਹਨਾਂ ਨੂੰ ਲੱਗਦਾ ਵੀ ਅਗਰ ਅਸੀਂ ਇਹਦੇ ਵਿੱਚ ਨਾ ਮਿਲੇ ਤਾਂ ਸ਼ਾਇਦ ਸਾਨੂੰ ਜੌਬ ਨਾ ਮਿਲੇ ਜਾਂ ਸ਼ਾਇਦ ਸਾਨੂੰ ਸੋਸਾਇਟੀ 'ਚ ਐਕਸੈਪਟੈਂਸ ਨਾ ਮਿਲੇ, ਜਿਸ ਕਰਕੇ ਉਹ ਕੇਸ ਕਤਲ ਕਰਵਾ ਲੈਂਦੇ ਆ। ਲੇਕਿਨ ਇਹ ਉਹਨਾਂ ਦਾ ਵਹਿਮ ਦੂਰ ਕਰਨ ਵਾਸਤੇ ਤੁਸੀਂ ਬੜੀ ਅੱਛੀ ਗੱਲ ਬੋਲੀ ਹੈ ਕਿ ਅੱਜ ਤੱਕ ਤੁਹਾਨੂੰ ਇੱਦਾਂ ਦੀ ਕੋਈ ਦਿੱਕਤ ਨਹੀਂ ਆਈ। ਇਟ ਡਜ਼ ਨਾਟ ਮੈਟਰ ਹਾਊ ਯੂ ਲੁੱਕ, ਵਾਟ ਮੈਟਰਸ ਇਜ਼ ਕਿ ਵੀ ਤੁਹਾਡਾ ਜੌਬ ਤੁਸੀਂ ਆਪਣੀ ਕਿੱਦਾਂ ਦੀ ਕਰਦੇ ਪਏ ਹੋ, ਕਿੰਨੇ ਅੱਛੇ ਤਰੀਕੇ ਨਾਲ ਆਪਣਾ ਕੰਮ ਕਰਦੇ ਪਏ ਹੋ। ਰਾਈਟ। ਬਿਲਕੁਲ। ਖਾਸ ਕਰਕੇ ਇਹੋ ਜਿਹੀ ਵੈਸਟਰਨ ਕੰਟਰੀ ਦੇ ਵਿੱਚ ਕਿਸੇ ਨੂੰ ਮਤਲਬ ਹੀ ਨਹੀਂ ਕੋਈ ਤੁਸੀਂ ਕਿੱਦਾਂ ਵੇਖਦੇ ਜੇ, ਕੋਈ ਪ੍ਰੋਬਲਮ ਨਹੀਂ। ਰਾਈਟ। ਪਲੱਸ ਕੋਰਾ ਜਿਹੜੀ ਹੈਗੀ ਉਹ ਵੀ ਇੱਕ ਵੈਲ ਨੋਨ ਆਰਗੇਨਾਈਜੇਸ਼ਨ ਹੈਗੀ ਹੈ। ਉਹਦਾ ਸੌਫਟਵੇਅਰ ਸਾਰੇ ਯੂਜ਼ ਕਰਦੇ ਆ। ਕੋਰਾ ਦੇ ਕਾਫੀ ਸਾਰੇ ਆਨਲਾਈਨ ਜੋ ਮੇਰੇ ਖਿਆਲ ਨਾਲ ਕੁਐਸਚਨਸ ਦੇ ਆਨਸਰ ਦਿੰਦੀ ਹੈ। ਯੂਜੂਅਲੀ ਲੋਕਾਂ ਦੇ ਜੋ ਕੁਐਸਚਨਸ ਹੁੰਦੇ ਆ ਉਹ ਯੂਜੂਅਲੀ ਉਹ ਕੋਰਾ ਤੇ ਪਾ ਦਿੰਦੇ ਆ ਤੇ ਉੱਥੇ ਲੋਕ ਆਪਣੇ ਆਪਣੇ ਆ ਕੇ ਫੀਡ ਦਿੰਦੇ ਆ, ਆਨਸਰਸ ਦਿੰਦੇ ਆ, ਹਨਾ। ਤੇ ਇਟਸ ਅ ਵੈਰੀ ਵੈਲ ਨੋਨ ਆਰਗੇਨਾਈਜੇਸ਼ਨ। ਪਲੱਸ ਯੂ ਸੈਡ ਕਿ ਤੁਸੀਂ ਗੂਗਲ ਤੇ ਵੀ ਇੰਟਰਵਿਊ ਦਿੱਤਾ ਸੀ ਤੇ ਗੂਗਲ ਵੀ ਕਲੀਅਰ ਹੋ ਗਿਆ। ਤੇ ਯਾਨੀ ਕਿ ਇਹਦਾ ਮਤਲਬ ਇਹ ਹੈ ਕਿ ਵੀ ਜੋ ਅੱਜ ਦਾ ਯੂਥ ਹੈਗਾ ਉਹਨੂੰ ਆਪਣੇ ਆਪ ਨੂੰ ਕੁਆਲੀਫਿਕੇਸ਼ਨ ਵਾਈਜ਼ ਵੀ ਆਪਣੇ ਆਪ ਨੂੰ ਹੋਰ ਸਟਰੋਂਗ ਬਣਾਉਣਾ ਚਾਹੀਦਾ। ਹਾਂਜੀ, ਬਿਲਕੁਲ ਜੀ, ਬਿਲਕੁਲ। ਰਾਈਟ, ਗ੍ਰੇਟ। ਠੀਕ ਹੈ। ਤੇ ਵੀ ਜੀ ਲੈਟਸ ਮੂਵ ਟੂ ਦ ਟੌਪਿਕ ਨਾਓ, ਟੂਵਰਡਸ ਦ ਟੌਪਿਕ। ਜੋ ਸਾਡਾ ਟੌਪਿਕ ਹੈਗਾ ਉਹ ਹੈ ਖਾਲਸਾ ਰਾਜ। ਹੁਣ ਖਾਲਸਾ ਰਾਜ ਦੇ ਵਾਸਤੇ ਦੇਖੋ, ਆਪਾਂ ਬੜੀ ਸਾਰੀ ਪੁਰਾਤਨ ਨਿਹੰਗ ਸਿੰਘਾਂ ਦੀਆਂ ਜਾਂ ਸਿੰਘਾਂ ਦੀਆਂ ਆਪਣਾ ਕਥਾਵਾਂ ਸੁਣਦੇ ਹਾਂ ਤੇ ਰਚਨਾਵਾਂ ਹੈਗੀਆਂ, ਜਿੱਦਾਂ ਪ੍ਰਾਚੀਨ ਪੰਥ ਪ੍ਰਕਾਸ਼, ਸੂਰਜ ਪ੍ਰਕਾਸ਼, ਅਲੱਗ-ਅਲੱਗ ਉਹਨਾਂ ਨੇ ਵਿਰਸੇ ਦੇ ਬਾਰੇ ਦੱਸਿਆ, ਸਮੇਂ ਦੇ ਬਾਰੇ ਦੱਸਿਆ, ਖਾਲਸਾ ਰਾਜ ਕਿਵੇਂ ਆਇਆ ਉਹਦੇ ਬਾਰੇ ਦੱਸਿਆ, ਹਨਾ। ਲੇਕਿਨ ਜੋ ਅੱਜ ਦਾ ਸਮਾਂ ਹੈ, ਅੱਜ ਦੇ ਸਮੇਂ ਕੋਈ ਵੀ ਖਾਲਸਾ ਰਾਜ ਦੇ ਬਾਰੇ ਗੱਲ ਹੀ ਨਹੀਂ ਕਰਦਾ।
ਜ਼ਿਆਦਾ ਤੋਂ ਜ਼ਿਆਦਾ ਕੁਝ ਨਿਹੰਗ ਸਿੰਘ ਹੋਣਗੇ ਜੋ ਕਦੀ ਕਦਾਰ ਥੋੜੀ ਬਹੁਤੀ ਖਾਲਸਾ ਰਾਜ ਦੀ ਗੱਲਾਂ ਕਰ ਲੈਣਗੇ, ਜਾਂ ਇਹਦੇ ਇਲਾਵਾ ਕੁਝ ਆਪਣਾ ਟਕਸਾਲੀ ਹੈਗੇ ਆ ਜੋ ਕਿ ਖਾਲਿਸਤਾਨ ਦੀ ਗੱਲ ਕਰਦੇ ਆ ਕਿ ਵੀ ਸਾਨੂੰ ਖਾਲਿਸਤਾਨ ਚਾਹੀਦਾ। ਤੇ ਇਸ ਹਾਂਜੀ ਟਾਈਮ ਯੂਥ ਜੋ ਹੈ ਉਹ ਬੜਾ ਕਨਫਿਊਜ਼ ਹੋਇਆ ਪਿਆ ਕਿ ਵੀ ਖਾਸ ਕਰ ਉਹ ਵਾਲਾ ਯੂਥ ਜੋ ਐਜੂਕੇਸ਼ਨ ਦੇ ਵਰਡਸ ਆਪਣਾ ਐਜੂਕੇਸ਼ਨ ਦੇ ਵੱਲ ਮੂਵ ਕਰਦਾ ਪਿਆ ਹੈ ਨਾ। ਜਿੱਦਾਂ ਹੁਣੇ ਆਪਾਂ ਗੱਲ ਕੀਤੀ ਵੀ ਪੜ੍ਹੇ ਲਿਖੇ ਬਣੋ, ਜਦੋਂ ਕੋਈ ਇੱਥੇ ਪੜ੍ਹ ਲਿਖ ਜ਼ਿਆਦਾ ਜਾਂਦਾ ਹੈ ਫਿਰ ਉਹਨੂੰ ਇਹਨਾਂ ਸਭ ਚੀਜ਼ਾਂ ਦਾ ਮਤਲਬ ਹੀ ਨਹੀਂ ਰਹਿ ਜਾਂਦਾ, ਉਹ ਜਾਂ ਨੌਕਰੀ 'ਚ ਪੈ ਜਾਂਦੇ ਜਾਂ ਸਰਕਾਰੀ ਨੌਕਰੀ ਤੇ ਤਨਖਾਹ ਹੀ ਜਾਵੇ। ਤੇ ਹਾਂਜੀ ਸਾਡਾ ਜ਼ਿਆਦਾਤਰ ਜੋ ਯੂਥ ਹੈ ਉਹ ਖਾਲਸਾ ਰਾਜ ਦੇ ਬਾਰੇ ਕੁਝ ਗੱਲ ਹੀ ਨਹੀਂ ਕਰਦਾ ਪਿਆ, ਉਹਨਾਂ ਨੂੰ ਕੁਝ ਮਤਲਬ ਹੀ ਨਹੀਂ ਕਿ ਵੀ ਆਪਾਂ ਹਾਂਜੀ ਕਿੱਥੇ ਖੜੇ ਆ, ਹੈ ਕਿਆ ਖਾਲਸਾ ਰਾਜ, ਕਿੱਥੇ ਖੜੇ ਆ, ਕਿਉਂ ਚਾਹੀਦਾ ਹੈ, ਕੌਣ ਲੈ ਕੇ ਆਏਗਾ, ਕਿੱਥੋਂ ਲੈ ਕੇ ਆਏਗਾ, ਤੇ ਸਾਨੂੰ ਕੀ ਕਰਨਾ ਪਏਗਾ, ਸਾਨੂੰ ਆਪਣੇ ਜੀਵਨ 'ਚ ਕੀ ਕਰਨਾ ਪਏਗਾ, ਤੇ ਅਸੀਂ ਪੰਥ ਵਾਸਤੇ ਕੀ ਕੰਟਰੀਬਿਊਸ਼ਨ ਪਾ ਸਕਦੇ ਹਾਂ। ਤੇ ਉਹਦੇ ਬਾਰੇ ਅੱਜ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ। ਤੁਸੀਂ ਆਪਣਾ ਸਾਨੂੰ ਦੱਸਣਾ ਕਿ ਵਾਟ ਡੂ ਯੂ ਥਿੰਕ ਕਿ ਵੀ ਕਿਆ ਹੈ, ਕਿਉਂ ਚਾਹੀਦਾ ਹੈ, ਕਿੱਥੋਂ ਆਏਗਾ, ਸਾਨੂੰ ਆਪਣੇ ਜੀਵਨ 'ਚ ਕਿਆ ਚੇਂਜਸ ਕਰਨੇ ਤੇ ਅਸੀਂ ਕੀ ਕੰਟਰੀਬਿਊਸ਼ਨ ਪਾ ਸਕਦੇ ਹਾਂ ਜਿਹਦੇ ਨਾਲ ਅਸੀਂ ਖਾਲਸਾ ਰਾਜ ਦੇ ਵੱਲ ਤੁਰੀਏ। ਇਹ ਉਦਾਂ ਤੇ ਬਹੁਤ ਵੱਡਾ ਟੌਪਿਕ ਆ, ਇਹ ਬੜੇ ਵੱਡੇ ਸਵਾਲ ਨੇ। ਮੈਨੂੰ ਲੱਗਦਾ ਨਹੀਂ ਹਰ ਸਵਾਲ ਦਾ ਮੈਂ ਸੰਪੂਰਨ ਤਰੀਕੇ ਨਾਲ ਜਵਾਬ ਦੇ ਸਕੂੰਗਾ। ਮੈਂ ਮੰਨਦਾ ਮੈਂ ਇੰਨਾ ਗਿਆਨਵਾਨ ਨਹੀਂ ਗਾ, ਜਿੰਨਾ ਕੁ ਮੈਨੂੰ ਪਤਾ ਮੈਂ ਕੋਸ਼ਿਸ਼ ਕਰੂੰਗਾ ਜ਼ਰੂਰ। ਇਹ ਖਾਲਸਾ ਰਾਜ ਪਹਿਲੀ ਗੱਲ ਇਹ ਵੈਲ ਡਿਫਾਈਨਡ ਨਹੀਂ ਗਾ, ਇਹ ਸਾਨੂੰ ਇਸ ਵੇਲੇ ਨਹੀਂ ਪਤਾ ਐਗਜ਼ੈਕਟਲੀ ਕੀ ਹੋਊਗਾ, ਕਿੱਦਾਂ ਕੰਮ ਕਰੂਗਾ, ਠੀਕ ਆ। ਇਹ ਸਾਨੂੰ ਕਰਨਾ ਪਊਗਾ ਉਹਦਾ ਮਾਡਲ ਤਿਆਰ। ਹਾਂਜੀ, ਪਰ ਇਹ ਕਹਿ ਸਕਦੇ ਹਾਂ ਕਿ ਜੋ ਇਸ ਵੇਲੇ ਸਾਡੇ ਤੇ ਰਾਜ ਕੀਤਾ ਜਾ ਰਿਹਾ ਇੰਡੀਆ ਦੇ ਵਿੱਚ ਖਾਸ ਕਰਕੇ, ਉਹ ਸਹੀ ਨਹੀਂ ਗਾ। ਉਹਦੇ ਵਿੱਚ ਬੜੇ ਨੁਕਸ ਨੇ ਜਿਹੜੇ ਆਪਾਂ ਈਜ਼ੀਲੀ ਫਿਕਸ ਕਰ ਸਕਦੇ ਹਾਂ। ਮਤਲਬ ਇਹ ਤੋਂ ਬੜੀ ਅੱਗੇ ਆਪਾਂ ਪਹੁੰਚ ਸਕਦੇ ਨੇ। ਇੱਕ ਉਦਾਹਰਨ ਨਿੱਕੀ ਜਿਹੀ ਲੈ ਲੈਂਦੇ ਪੁਲਿਸ ਦੀ। ਮੇਰੇ ਖਿਆਲ ਨਾਲ ਆਪਣੀ ਗੱਲ ਵੀ ਉੱਥੋਂ ਹੀ ਸ਼ੁਰੂ ਹੋਈ ਸੀ ਪਹਿਲਾਂ। ਹੁਣ ਪੁਲਿਸ ਬਰੂਟੈਲਿਟੀ ਬਹੁਤ ਵੱਡਾ ਫੈਕਟ ਹੈ ਇੰਡੀਆ ਦਾ। ਜਿਹੜੇ ਉੱਥੇ ਰਹਿੰਦੇ ਪਤਾ ਸਾਨੂੰ ਪੁਲਿਸ ਵਾਲਿਆਂ ਦਾ ਕੀ ਵਤੀਰਾ ਆ, ਤੇ ਉਹਦਾ ਮੇਨ ਕਾਰਨ ਇਹ ਆ ਕਿ ਅਕਾਊਂਟੇਬਿਲਿਟੀ ਕੋਈ ਨਹੀਂ ਹੈਗੀ। ਪੁਲਿਸ ਵਾਲਾ ਤੁਹਾਡਾ ਨੁਕਸਾਨ ਕਰ ਸਕਦਾ, ਤੁਸੀਂ ਪੁਲਿਸ ਵਾਲੇ ਦਾ ਕੋਈ ਨੁਕਸਾਨ ਨਹੀਂ ਕਰ ਸਕਦੇ। ਮਤਲਬ ਹੱਥੋਂ ਪਾਈ ਹੋਣਾ ਤੇ ਛੱਡ ਦੋ, ਉਹਦੇ ਸਟੇਟ ਨਾਲ ਤੁਸੀਂ ਲੜ ਨਹੀਂ ਸਕਦੇ। ਤੁਸੀਂ ਅਦਾਲਤਾਂ ਦੇ ਵਿੱਚ ਜਾ ਕੇ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਇਨਸਾਫ ਲੈ ਲਓਗੇ ਕਿਸੇ ਪੁਲਿਸ ਵਾਲੇ ਖਿਲਾਫ, ਤੇ ਬੜਾ ਮੁਸ਼ਕਿਲ ਆ ਜੀ, ਬਹੁਤ ਮੁਸ਼ਕਿਲ ਆ। ਤੇ ਇੱਥੋਂ ਸ਼ੁਰੂ ਕਰਨਾ ਕਿ ਆਪਾਂ ਰਾਜ ਕਿੱਦਾਂ ਦਾ ਚਾਹੀਦਾ ਜਿੱਥੇ ਅਕਾਊਂਟੇਬਿਲਿਟੀ ਹੋਣੀ ਚਾਹੀਦੀ ਹਰ ਲੈਵਲ ਦੀ। ਤੇ ਤੁਸੀਂ ਵੇਖੋ ਜਿਹੜੀਆਂ ਸਰਕਾਰਾਂ ਨੇ ਇਹ ਤੁਹਾਡੇ ਸਿਰ ਤੇ ਚੱਲਦੀਆਂ। ਆਪਾਂ ਇਹਨਾਂ ਦੇ ਦੇਣਵਾਨ ਥੋੜਾ, ਆਪਾਂ ਟੈਕਸ ਦੇ ਕੇ ਸਰਕਾਰ ਚਲਾਉਂਦੇ ਆ, ਤੇ ਇਹਨਾਂ ਨੂੰ ਸਾਡੀ ਸੇਵਾ ਕਰਨੀ ਚਾਹੀਦੀ ਆ। ਜੇ ਸੇਵਾ ਨਹੀਂ ਕਰਦੀਆਂ ਤੇ ਕੁਛ ਨਾ ਕੋਈ ਗਲਤ ਆ, ਤੇ ਉਹ ਸਾਨੂੰ ਸਹੀ ਕਰਨਾ ਚਾਹੀਦਾ। ਬਾਕੀ ਜਿਹੜੀ ਤੁਸੀਂ ਗੱਲ ਕਹਿੰਦੇ ਇੱਥੇ ਕਿ ਮੈਂ ਇਸੇ ਗੱਲ ਤੇ ਇੱਕ ਕੁਐਸਚਨ ਮੈਂ ਰੇਜ਼ ਕਰਨਾ ਚਾਹੁੰਦਾ, ਕੁਐਸਚਨ ਪੁੱਛਣਾ ਚਾਹੁੰਦਾ ਕਿ ਜਦੋਂ ਹੁਣ ਤੁਸੀਂ ਕਹੇ ਕਿ ਵੀ ਸਾਨੂੰ ਪੁਲਿਸ ਦੇ ਸਿਸਟਮ ਨੂੰ ਚੇਂਜ ਕਰਨਾ ਪਏਗਾ ਕਿਉਂਕਿ ਇਸ ਟਾਈਮ ਟੈਕਸ ਅਸੀਂ ਪੇ ਕਰਦੇ ਹਾਂ ਤੇ ਉਹਨਾਂ ਨੇ ਸਾਡੀ ਸੇਵਾ ਕਰਨੀ ਹੈ, ਤੇ ਇਸ ਟਾਈਮ ਆਪੋਜ਼ਿਟ ਹੁੰਦਾ ਪਿਆ ਹੈ ਕਿ ਵੀ ਉਹਨਾਂ ਦੀ ਬ੍ਰੂਟੈਲਿਟੀ। ਹਾਂਜੀ, ਉਹਦੇ ਮਾਲਕ ਬਣ ਕੇ ਬੈਠੇ ਨੇ। ਠੀਕ ਹੈ, ਪਹਿਲਾਂ ਇਸ ਟੌਪਿਕ ਨੂੰ ਐਕਸਪਲੋਰ ਕਰਦੇ ਹਾਂ ਕਿ ਬਾਈ ਬੁੱਕ ਇੰਡੀਆ ਦੇ ਵਿੱਚ ਕੀ ਆ। ਸ਼ਾਇਦ ਮੈਂ ਤੁਹਾਨੂੰ ਇਹਦੇ ਬਾਰੇ ਦੱਸਿਆ ਨਹੀਂ, ਮੈਂ ਅੱਜ ਤੋਂ ਤਕਰੀਬਨ 2 ਸਾਲ ਪਹਿਲਾਂ ਸੰਵਿਧਾਨ ਦੇ ਉੱਤੇ ਕਿਤਾਬ ਲਿਖੀ ਸੀ, ਭਾਰਤ ਦੇ ਸੰਵਿਧਾਨ ਦੇ ਉੱਤੇ। ਕਿਉਂਕਿ ਸੰਵਿਧਾਨ ਏਦਾਂ ਦਾ ਟੌਪਿਕ ਆ ਬਹੁਤੇ ਲੋਕਾਂ ਨੇ ਨਹੀਂ ਪੜ੍ਹਿਆ। ਇਨਫੈਕਟ ਮੈਜੋਰਿਟੀ ਬੰਦੇ ਮੈਂ ਜਦੋਂ ਪੁੱਛਦਾ ਭਾਜੀ ਤੁਸੀਂ ਸੰਵਿਧਾਨ ਪੜ੍ਹਿਆ, ਤੇ ਉਹਦਾ ਜਵਾਬ ਨਾ ਹੁੰਦਾ। ਜੇ ਉਹਨਾਂ ਨੂੰ ਸੰਵਿਧਾਨ ਬਾਰੇ ਕਦੋਂ ਪਤਾ, ਤੇ ਜਾਂ ਉਹਨਾਂ ਨੇ ਸਕੂਲ ਦੇ ਵਿੱਚ ਸੁਣਿਆ ਹੋਊਗਾ ਆਪਣੇ ਟੀਚਰ ਕੋ, ਜਾਂ ਟੀਵੀ ਨਿਊਜ਼ ਚੈਨਲ ਦੇ ਵੇਖਿਆ, ਖੁਦ ਕਿਸੇ ਨੇ ਨਹੀਂ ਪੜ੍ਹਿਆ। ਤੇ ਮੈਂ ਸੋਚਿਆ ਕਿ ਇਹ ਬੜੀ ਵੱਡੀ ਪ੍ਰੋਬਲਮ ਆ, ਇਹ ਸੰਵਿਧਾਨ ਤੇ ਕਿਤਾਬ ਲਿਖੀ ਜਾਵੇ ਤੇ ਲੋਕਾਂ ਨੂੰ ਸੰਵਿਧਾਨ ਬਾਰੇ ਪਤਾ ਲੱਗੇ। ਤੇ ਹੁਣ ਆ ਜਾਂਦੇ ਗੱਲ ਕਿ ਬਾਈ ਬੁੱਕ ਇਹ ਕਿੱਦਾਂ ਕੰਮ ਕਰਦਾ। ਵੇਖੋ ਜੋ ਕੁਛ ਇਸ ਵੇਲੇ ਇੰਡੀਆ 'ਚ ਹੋ ਰਿਹਾ, ਉਹ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ, ਹੋ ਸੰਵਿਧਾਨ ਦੇ ਮੁਤਾਬਿਕ ਹੀ ਰਿਹਾ ਆ। ਤੁਸੀਂ MP ਚੁਣਦੇ ਹੋ, MLA ਚੁਣਦੇ ਹੋ, ਸਰਕਾਰਾਂ ਬਣਦੀਆਂ ਨੇ, ਇਹ ਸਭ ਕੁਝ ਸੰਵਿਧਾਨ ਦੇ ਮੁਤਾਬਿਕ ਆ। ਹੁਣ ਆ ਕਿ ਸੰਵਿਧਾਨ ਦੇ ਵਿੱਚ ਜੇ ਸਾਨੂੰ ਪ੍ਰੋਟੈਕਸ਼ਨ ਦਿੱਤੀ ਗਈ ਹੁੰਦੀ ਤੇ ਉਹ ਆਪਾਂ ਯੂਜ਼ ਕਰ ਸਕਦੇ ਸੀ। ਤੇ ਉਹ ਲੱਗਦਾ ਸਾਰਿਆਂ ਨੂੰ ਇਹੋ ਹੀ ਆ ਕਿ ਇਹ ਡੈਮੋਕ੍ਰੇਸੀ ਆ, ਏਦਾਂ ਹੀ ਹੋਊਗਾ, ਪਰ ਵਾਸਤਵਿਕਤਾ ਇਹ ਹੈ ਕਿ ਸਾਨੂੰ ਪ੍ਰੋਟੈਕਸ਼ਨ ਨਹੀਂ ਦਿੱਤੀ ਗਈ। ਇੱਕ ਮੈਂ ਐਗਜ਼ਾਮਪਲ ਪੇਸ਼ ਕਰਨ ਲੱਗਾ, ਤੇ ਇਹਦੇ ਬੜੇ ਐਗਜ਼ਾਮਪਲ ਮੈਂ ਦੇ ਸਕਦਾ। ਮਾਡਰਨ ਡੈਮੋਕ੍ਰੇਸੀ ਵਿੱਚ ਇਹ ਆਲਮੋਸਟ ਪੂਰੀ ਦੁਨੀਆ ਦੇ ਵਿੱਚ ਇਹ ਮੰਨਿਆ ਹੋਇਆ ਕਿ ਕਿਸੇ ਬੰਦੇ ਨੂੰ ਬਿਨਾਂ ਕਾਰਨ ਤੋਂ ਅਰੈਸਟ ਕਰਨਾ ਗਲਤ ਆ। ਜੇ ਕੋਈ ਪੁਲਿਸ ਬਿਨਾਂ ਕਾਰਨ ਤੋਂ ਤੁਹਾਨੂੰ ਅਰੈਸਟ ਕਰਦੀ ਹੈ, ਉਹ ਗਲਤ ਚੀਜ਼ ਆ, ਇਹ ਆਪਾਂ ਮੰਨਦੇ ਸਾਰੇ। ਔਰ ਇਹ ਕੰਮ ਗੋਰਿਆਂ ਦੇ ਸਮੇਂ ਹੁੰਦਾ ਸੀ, ਜਿਹੜਾ ਸਾਨੂੰ ਕਿਤਾਬਾਂ ਦੇ ਵਿੱਚ ਪੜ੍ਹਾਇਆ ਵੀ ਜਾਂਦਾ ਹੈ ਕਿ ਇਹ ਗਲਤ ਸੀ, ਹਨਾ।
ਹੁਣ ਹਾਂਜੀ ਆਰਟੀਕਲ 22 ਹੈਗਾ ਇੰਡੀਆ ਦਾ, ਆਰਟੀਕਲ 22 ਉਹ ਮੈਂ ਤੁਹਾਨੂੰ ਹੁਣੇ ਪੜ੍ਹ ਕੇ ਵੀ ਉਹਦੇ ਪੈਸੇਜ ਪੜ੍ਹ ਕੇ ਸੁਣਾਉਣਾ। ਰਾਈਟ ਉਹ ਇਸ ਮੁੱਦੇ ਬਾਰੇ ਡੀਲ ਕਰਦਾ ਹੈ ਕਿ ਜਦੋਂ ਤੁਹਾਨੂੰ ਕੋਈ ਪੁਲਿਸ ਵਾਲਾ ਅਰੈਸਟ ਕਰਦਾ ਹੈ ਤੇ ਉਹਦਾ ਕੀ ਪ੍ਰੋਸੀਜਰ ਹੋਣਾ ਚਾਹੀਦਾ। ਤੇ ਉਹ ਜੇ ਤੁਸੀਂ ਪੜ੍ਹੋਗੇ, ਉਹ ਪੜ੍ਹ ਕੇ ਉਹਦਾ ਸਾਰੇ ਨਿਕਲਦਾ ਹੈ ਕਿ police officers in India, they can arrest you and they don't have to give you a reason and they can keep you in detainment for as long as possible. ਤੇ ਇਹਦਾ ਮਤਲਬ ਉਹ ਜਿਹੜਾ ਸੰਵਿਧਾਨ ਆ ਉਹ ਸਪੋਰਟ ਕਰ ਰਿਹਾ ਇਸ ਚੀਜ਼ ਦੀ। ਰਾਈਟ ਉੱਤੇ ਬੜਾ ਕਲੀਅਰਲੀ ਲਿਖਿਆ। ਇਹਨੂੰ ਆਰਬਿਟਰੀ ਅਰੈਸਟ ਕਹਿੰਦੇ ਨੇ ਪੋਲੀਟੀਕਲ ਸਾਇੰਸ ਦੇ ਵਿੱਚ, ਕਿ ਬਿਨਾਂ ਕਾਰਨ ਤੋਂ ਅਰੈਸਟ ਕਰਨਾ। ਤੇ ਉਹ ਸਿੱਟਾ ਇਹੀ ਨਿਕਲਦਾ ਆਰਟੀਕਲ 22 ਦਾ ਕਿ ਸੰਵਿਧਾਨ ਸਪੋਰਟ ਕਰਦਾ ਹੈ ਆਰਬਿਟਰੀ ਅਰੈਸਟ ਦੀ। ਤੇ ਇਹ ਆਰਬਿਟਰੀ ਅਰੈਸਟ ਕਾਫੀ ਯੂਜ਼ ਵੀ ਹੋਇਆ ਸਿੱਖਾਂ ਦੇ ਖਿਲਾਫ, ਖਾਸ ਕਰ ਬਲੂ ਸਟਾਰ ਤੋਂ ਬਾਅਦ ਤੇ ਉਹਦੇ ਨੇੜੇ ਦੇ ਪੀਰੀਅਡ ਬੜਾ ਆਮ ਸੀ। ਸਿੱਖਾਂ ਪੁਲਿਸ ਆਣ ਕੇ ਫੜ ਕੇ ਲੈ ਜਾਂਦੀ ਸੀ, ਕੋਈ ਤੁਹਾਨੂੰ ਕੋਰਟ ਅੱਗੇ ਨਹੀਂ ਪੇਸ਼ ਕਰਨਾ। ਜੇ ਕੋਰਟ ਅੱਗੇ ਪੇਸ਼ ਕਰਨਾ, ਕਈ ਵਾਰੀ ਏਦਾਂ ਵੀ ਹਾਦਸੇ ਹੋਏ ਵੀ ਕੋਰਟ ਤੇ ਬਾਹਰੋਂ ਹੀ ਤੁਹਾਨੂੰ ਪੁਲਿਸ ਵਾਲਿਆਂ ਨੇ ਫਿਰ ਚੁੱਕ ਕੇ ਲੈ ਜਾਣਾ। ਤੇ ਫਿਰ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਲਾਸ ਦੇ ਅਗੇਂਸਟ ਆ। ਇਹ ਦਰਅਸਲ ਇੱਥੇ ਪੰਜਾਬੀ 'ਚ ਕਹਿਣਾ ਇਹਦੇ ਕਾਨੂੰਨ ਹੀ ਚੋਰ ਆ। ਇਹ ਕਾਨੂੰਨ ਹੀ ਗਲਤ। ਹਾਂਜੀ, ਇਹ ਕਾਨੂੰਨ ਸਹੀ ਹੋਵੇ ਤੇ ਸਾਰਾ ਕੁਝ ਸਹੀ ਹੋ ਸਕਦਾ। ਇਹ ਬੜੀ ਕ੍ਰਿਟੀਕਲ ਇਨਫੋਰਮੇਸ਼ਨ ਤੁਸੀਂ ਦਿੱਤੀ ਹੈ। ਯੂ ਆਰ ਰਾਈਟ ਕਿ ਬੜੇ ਸਾਰੇ ਲੋਕ ਦਾਅਵਾ ਕਰਦੇ ਆ ਕਿ ਵੀ ਸਾਨੂੰ ਲਾਅ ਪਤਾ ਹੈ, ਸਾਨੂੰ ਪਤਾ ਕੀ ਚੱਲਦਾ ਪਿਆ, ਲੇਕਿਨ ਐਕਚੁਅਲ ਵਿੱਚ ਲਾਅ ਹੀ ਇਹਨਾਂ ਸਭ ਚੀਜ਼ਾਂ ਨੂੰ ਸਪੋਰਟ ਕਰਦਾ ਪਿਆ। ਯਾਨੀ ਕਿ ਤੁਸੀਂ ਹੀ ਲਾਅ ਨੂੰ ਸਪੋਰਟ ਕਰਦੇ ਹੋ ਟੈਕਸ ਪੇ ਕਰਕੇ, ਤੇ ਉਹ ਲਾਅ ਤੁਹਾਡੇ ਅਗੇਂਸਟ ਹੀ ਚੱਲਦਾ ਪਿਆ। ਬਿਲਕੁਲ ਬਿਲਕੁਲ ਸਹੀ ਆ। ਰਾਈਟ, ਤੇ ਹੁਣ ਇਹਦਾ ਸੋਲੂਸ਼ਨ ਹੋਵੇ ਜੀ? ਇਹਦਾ ਸੋਲੂਸ਼ਨ ਪਹਿਲਾਂ ਤਾਂ ਵੇਖਣਾ ਪਊਗਾ ਲਾਅ ਆਉਂਦਾ ਕਿੱਥੋਂ ਆ, ਇਹ ਲਾਅ ਬਣਾਉਂਦਾ ਕੌਣ ਆ। ਹੁਣ ਇਹ ਸਾਨੂੰ ਪਤਾ ਇਨ ਜਨਰਲ ਕਿ ਜਿਹੜੇ ਆਪਾਂ ਬੰਦੇ ਇਲੈਕਟ ਕਰਦੇ ਆ ਇਹ ਲਾਅ ਬਣਾਉਂਦੇ ਨੇ, ਪਰ ਇਹ ਥੋੜਾ ਸਪੈਸੀਫਿਕਸ ਦੇ ਵਿੱਚ ਜਾਈਏ ਕਿ ਲਾਅ ਬਣਦਾ ਕਿੱਦਾਂ ਹੈ। ਤੇ ਇਹ ਵੀ ਮੈਂ ਕਿਤਾਬ ਦੇ ਵਿੱਚ ਦੱਸਿਆ ਤੁਹਾਨੂੰ, ਉਹਦੀ ਕਾਪੀ ਮੈਂ ਇਸ ਤੋਂ ਬਾਅਦ ਜ਼ਰੂਰ ਇੰਸ਼ੋਰ ਕਰੂੰਗਾ ਤੁਹਾਡੇ ਕੋਲ ਕਾਪੀ ਪਹੁੰਚੇ, ਪਰ ਮੈਂ ਬਰੀਫ ਦੇ ਵਿੱਚ ਦੱਸ ਦਿੰਦਾ। ਤੇ ਸਾਨੂੰ ਪਤਾ 2 ਲੈਵਲ ਤੇ ਸਰਕਾਰ ਕੰਮ ਕਰਦੀ ਇੰਡੀਆ ਦੇ ਵਿੱਚ, ਇੱਕ ਆ ਸੈਂਟਰ ਦੀ ਸਰਕਾਰ, ਇੱਕ ਹੁੰਦੀ ਸੂਬੇ ਦੀ ਸਰਕਾਰ। ਸੂਬੇ ਦੀ ਸਰਕਾਰ ਤੁਸੀਂ MLA ਇਲੈਕਟ ਕਰਕੇ ਬਣਾਉਂਦੇ ਜੇ, ਤੇ ਸੈਂਟਰ ਦੀ ਸਰਕਾਰ ਲਈ ਤੁਸੀਂ MP ਚੁਣਦੇ ਜੇ। ਫਿਰ ਜਿਹੜੀ ਮੈਜੋਰਟੀ ਪਾਰਟੀ ਹੁੰਦੀ ਆ ਉਹ ਪ੍ਰਾਈਮ ਮਿਨਿਸਟਰ ਖੜਾ ਕਰਦੀ ਹੈ ਨਾ। ਹੁਣ ਇਹਨਾਂ ਦੇ ਵਿੱਚ ਪਾਵਰਸ ਵੀ ਡਿਸਟਰੀਬਿਊਟ ਕੀਤੀਆਂ ਗਈਆਂ ਨੇ ਕਿ ਸੈਂਟਰ ਦੀ ਸਰਕਾਰ ਇਹਨਾਂ ਮੁੱਦਿਆਂ ਦੇ ਉੱਤੇ ਬਣਾਊਗੀ ਲਾਅ ਤੇ ਸੂਬੇ ਦੀ ਸਰਕਾਰ ਇਹਨਾਂ ਮੁੱਦਿਆਂ ਉੱਤੇ ਬਣਾਊਗੀ। ਇਹ ਸੈਪਰੇਸ਼ਨ ਕਰਨੀ ਪੈਂਦੀ ਹੈ ਕਿਉਂਕਿ ਨਹੀਂ ਤਾਂ ਕੌਨਫਲਿਕਟ ਹੋਊਗਾ ਨਾ ਆਪਸ 'ਚ। ਹਾਂਜੀ, ਹੁਣ ਜਿਹੜੇ ਤੇ ਅਮਰੀਕਾ ਵਰਗੇ ਦੇਸ਼ ਨੇ, ਇਹਨਾਂ ਦੇ ਵਿੱਚ ਪਾਵਰ ਬਹੁਤੀ ਸਟੇਟਸ ਨੂੰ ਦਿੱਤੀ ਆ। ਜ਼ਿਆਦੀ ਪਾਵਰ ਸਟੇਟਸ ਦੇ ਕੋਲ ਆ, ਸੈਂਟਰ ਦੇ ਕੋਲ ਬਹੁਤ ਲਿਮਿਟਡ ਪਾਵਰ ਆ। ਜਿੱਦਾਂ ਕਿ ਫੋਰਨ ਪਾਲਿਸੀ ਹੋ ਗਈ, ਡਿਫੈਂਸ ਹੋ ਗਿਆ, ਮਤਲਬ ਇਦਾਂ ਦੀਆਂ ਚੀਜ਼ਾਂ ਜਿਨ੍ਹਾਂ ਤੋਂ ਬਿਨਾਂ ਦੇਸ਼ ਚੱਲ ਹੀ ਨਹੀਂ ਸਕਦਾ। ਹੁਣ ਜਿਹੜੀ ਫੌਜ ਆ ਉਹ ਸੈਂਟਰ ਕੋਲ ਚਾਹੀਦੀ, ਹਰ ਸੂਬੇ ਕੋਲ ਵੱਖਰੀ ਫੌਜ ਨਹੀਂ ਹੋ ਸਕਦੀ, ਕਿਉਂਕਿ ਜੇ ਹੋਈ ਤੇ ਫਿਰ ਤੇ ਦੇਸ਼ ਹੀ ਵੱਖਰੇ ਨੇ ਸਾਰੇ। ਪਰ ਜਿਹੜਾ ਇੰਡੀਆ ਆ ਇਹ ਪੁੱਠਾ ਹਿਸਾਬ ਆ, ਇਹ 'ਚ ਬਹੁਤ ਘੱਟ ਪਾਵਰਾਂ ਦਿੱਤੀਆਂ ਨੇ ਸੂਬਿਆਂ ਨੂੰ ਤੇ ਬਹੁਤੀ ਪਾਵਰ ਹੈਗੀ ਸੈਂਟਰ ਕੋਲ। ਤੇ ਇੱਕ ਬਹੁਤ ਵੱਡਾ ਐਗਜ਼ਾਮਪਲ ਆ ਆਰਟੀਕਲ ਮੇਰੇ ਖਿਆਲ ਨਾਲ 163 ਆ, ਮੈਨੂੰ ਹੁਣੇ ਚੈੱਕ ਕਰਨਾ ਪਊਗਾ ਨੰਬਰ, ਸ਼ਾਇਦ ਐਗਜ਼ੈਕਟ ਉਹੀ ਹੈ ਕਿ ਨਹੀਂ। ਤੁਹਾਨੂੰ ਇਹ ਪਤਾ ਹੋਊਗਾ ਕਿ ਸੂਬੇ ਦੇ ਵਿੱਚ ਗਵਰਨਰ ਵੀ ਹੁੰਦੇ ਨੇ, ਕਦੀ ਸੁਣਿਆ ਤੁਸੀਂ ਇਹਦੇ ਬਾਰੇ? ਹਰ ਸੂਬੇ ਦਾ ਗਵਰਨਰ ਹੁੰਦਾ ਤੇ ਉਹ ਗਵਰਨਰ ਜਿਹੜਾ ਸੈਂਟਰ ਅਪਾਇੰਟ ਕਰਦਾ। ਤੇ ਹੁਣ ਸਾਨੂੰ ਲੋਕਾਂ ਨੂੰ ਇਹ ਲੱਗਦਾ, ਆਪਾਂ ਸੈਂਟਰ ਵੱਲ ਵੇਖਦੇ ਹਾਂ, ਜਿੱਦਾਂ ਸੈਂਟਰ ਦੇ ਵਿੱਚ ਪ੍ਰਾਈਮ ਮਿਨਿਸਟਰ ਆ ਤੇ ਪ੍ਰੈਜ਼ੀਡੈਂਟ ਆ। ਸਾਨੂੰ ਪਤਾ ਕਿ ਪ੍ਰੈਜ਼ੀਡੈਂਟ ਤੇ ਇੱਕ ਮੋਹਰ ਵਰਗਾ ਹੀ ਆ, ਅਸਲੀ ਕੰਮ ਪ੍ਰਾਈਮ ਮਿਨਿਸਟਰ ਕਰਾ ਰਿਹਾ। ਤੇ ਉਹ ਵੇਖ ਕੇ ਸਾਨੂੰ ਲੱਗਦਾ ਸ਼ਾਇਦ ਸੂਬਿਆਂ ਦੇ ਵਿੱਚ ਵੀ ਇਦਾਂ ਹੀ ਆ ਕਿ ਚੀਫ ਮਿਨਿਸਟਰ ਆ ਤੇ ਗਵਰਨਰ ਆ, ਤੇ ਗਵਰਨਰ ਉਦਾਂ ਹੀ ਖੜਾ ਕੀਤਾ, ਇਹਦਾ ਕੋਈ ਮਤਲਬ ਹੈ ਨਹੀਂ। ਪਰ ਆਰਟੀਕਲ 163 ਇਸ ਚੀਜ਼ ਨੂੰ ਝੂਠਾ ਸਾਬਿਤ ਕਰਦਾ ਆ। ਜਿਹੜੀ ਸੂਬੇ ਦੀ ਮੇਨ ਪਾਵਰ ਆ ਉਹ ਹੈ ਹੀ ਗਵਰਨਰ ਦੇ ਕੋਲ ਆ। ਕੋਈ ਵੀ ਲਾਅ ਗਵਰਨਰ ਦੀ ਮਰਜ਼ੀ ਤੋਂ ਬਿਨਾਂ ਪਾਸ ਨਹੀਂ ਹੋ ਸਕਦਾ। ਐਗਜ਼ੈਕਟਿਵ ਕਮਾਂਡ ਸਾਰੀ ਗਵਰਨਰ ਕੋ ਆ, ਪੁਲਿਸ ਸਾਰੀ ਗਵਰਨਰ ਦੇ ਥੱਲੇ ਆ। ਤੇ ਇੱਕ ਆਰਟੀਕਲ ਹੈਗਾ 207 ਵੀ ਜੇ ਕਿਸੇ ਸੂਬੇ ਨੇ ਆਪਣੇ ਖਜ਼ਾਨੇ ਦੇ ਵਿੱਚੋਂ 1 ਰੁਪਈਆ ਵੀ ਖਰਚਣਾ ਹੋਵੇ, ਮੰਨ ਲਓ ਤੁਸੀਂ ਚੀਫ ਮਿਨਿਸਟਰ ਜੇ, ਤੁਸੀਂ ਆਖੋ ਕਿ ਅਸੀਂ ਖਾਲਸਾ ਕਾਲਜ ਬਣਾਉਣਾ ਆ, ਉਹਦੇ ਲਈ ਪੈਸੇ ਲੱਗਣਗੇ, ਤੁਸੀਂ
ਕੋਈ ਕੰਮ ਕਰਨਾ ਹੋਵੇ ਤੁਹਾਨੂੰ ਗਵਰਨਰ ਦੀ ਮਰਜ਼ੀ ਚਾਹੀਦੀ ਉਹਦੇ ਵਿੱਚ। ਰਾਈਟ। ਤੇ ਫਿਰ ਇਹਦਾ ਸਿੱਟਾ ਕੀ ਨਿਕਲਦਾ, ਪਾਵਰ ਸਾਰੀ ਸੈਂਟਰ ਦੇ ਕੋਲ ਆ, ਤੁਹਾਨੂੰ ਉਹਨਾਂ ਨੇ ਬਹੁਤ ਘੱਟ ਦਿੱਤਾ। ਕਿ ਮਤਲਬ ਤੁਸੀਂ ਵੇਖੋ, ਤੁਸੀਂ ਪੈਸੇ ਆਪਣੇ ਨਹੀਂ ਖਰਚ ਸਕਦੇ ਜਿਹੜੇ ਤੁਹਾਡੇ ਸਟੇਟ ਦੇ ਲੋਕਾਂ ਨੇ ਟੈਕਸ ਤਾਰਿਆ ਤੁਹਾਡੇ ਲਾਅ ਲਈ। ਜੇ ਤੁਸੀਂ ਉਹ ਪੈਸੇ ਨਹੀਂ ਖਰਚ ਸਕਦੇ ਫਿਰ ਤੁਸੀਂ ਕਰ ਕੀ ਸਕਦੇ ਜੇ? ਫਿਰ ਸਰਕਾਰ ਤੁਹਾਡੀ ਮਤਲਬ ਕਿਸੇ ਕੰਮ ਦੀ ਨਹੀਂ ਹੈ। ਤੇ ਉਹ ਪਾਵਰ ਸਾਰੀ ਸੈਂਟਰ ਕੋਲ, ਠੀਕ ਆ। ਹੁਣ ਮਤਲਬ ਇਹ ਮੇਰਾ ਇੱਕ ਪੁਆਇੰਟ ਮੈਂ ਮੇਕ ਕਰਨਾ ਸੀ ਕਿ ਪਾਵਰ ਸੈਂਟਰ ਦੇ ਕੋਲ ਆ। ਹਾਂਜੀ। ਹੁਣ ਜੇ ਸੈਂਟਰ ਨੂੰ ਤੁਸੀਂ ਇਨਫਲੂਐਂਸ ਕਰਨਾ ਆ ਤੇ ਤੁਹਾਨੂੰ ਸੈਂਟਰ ਦੀਆਂ ਇਲੈਕਸ਼ਨਾਂ ਦੇ ਵਿੱਚ ਜ਼ੋਰ ਦੇਣਾ ਪਏਗਾ। ਪਰ ਪ੍ਰੋਬਲਮ ਉੱਥੇ ਸਿਰਫ ਇਹ ਆ ਕਿ ਇਹ ਸੈਂਟਰ ਦੀ ਇਲੈਕਸ਼ਨ ਨੂੰ ਹੱਥ ਪਾਉਣਾ ਬਹੁਤ ਔਖਾ ਆ ਕਿਸੇ ਇੱਕ ਧਿਰ ਵਾਸਤੇ ਜਾਂ ਕਿਸੇ ਇੱਕ ਕਮਿਊਨਿਟੀ ਵਾਸਤੇ। ਆਪਣੇ ਸਿੱਖ ਨੇ ਭਾਵੇਂ ਪੰਜਾਬੀ ਸਾਰੇ ਇਕੱਠੇ ਹੋ ਜਾਣ, ਆਪਾਂ 3-4 ਕਰੋੜ ਬੰਦੇ, ਚਲੋ 13 MP ਜਿਤਾ ਲਾਂਗੇ ਆਪਣੇ, ਜਾਂ ਦਿੱਲੀ ਵੀ ਤੁਸੀਂ ਵਿੱਚ ਪਾ ਲਓ। ਤੁਸੀਂ 250 ਸੀਟਾਂ ਕਿੱਦਾਂ ਜਿੱਤੋਗੇ ਸੈਂਟਰ ਦੇ ਵਿੱਚ? ਬਹੁਤ ਮੁਸ਼ਕਿਲ ਆ, ਬਹੁਤ ਮੁਸ਼ਕਿਲ ਆ। ਤੇ ਤਾਂ ਕਰਕੇ ਤੁਸੀਂ ਇੰਕਰੀਮੈਂਟਲ ਚੇਂਜ ਲਿਆ ਨਹੀਂ ਸਕਦੇ ਪੋਜ਼ਿਟਿਵ। ਉਹ ਇੱਕੋ ਤਰੀਕਾ ਕਿ ਕਿਸੇ ਤਰੀਕੇ ਨਾਲ ਤੁਹਾਡਾ ਬੰਦਾ ਸੈਂਟਰ ਦੇ ਵਿੱਚ ਇਲੈਕਸ਼ਨ ਜਿੱਤ ਜੇ ਤੇ ਫਿਰ ਤੁਸੀਂ ਚੀਜ਼ਾਂ ਸਹੀ ਕਰ ਸਕਦੇ ਜੇ। ਪਰ ਇਹ ਕੰਮ ਬਹੁਤ ਔਖਾ। ਮਤਲਬ ਮੈਂ ਜਾ ਉੱਥੇ ਰਿਹਾ ਕਿ ਸੋਲੂਸ਼ਨ ਮੇਰੇ ਕੋਲ ਕੋਈ ਨਹੀਂ ਹੈਗਾ, ਪਰ ਮੈਂ ਤੁਹਾਨੂੰ ਪ੍ਰੋਬਲਮ ਡਿਸਕਰਾਈਬ ਕਰ ਰਿਹਾ ਕਿ ਔਖੀ ਕਿਉਂ ਆ। ਤੇ ਇਹਦਾ ਸੋਲੂਸ਼ਨ ਲੋਕਾਂ ਨੇ ਕੱਢਣ ਦੀ ਕੋਸ਼ਿਸ਼ ਕੀਤੀ ਆ, ਇਹਦਾ ਸੋਲੂਸ਼ਨ ਨਹੀਂ ਨਿਕਲਿਆ। ਇਹੀ ਕਾਰਨ ਸੀ ਕਿ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਤਿਆਰ ਕੀਤੀ ਗਈ ਸੀ ਕਿ ਆ ਜਿਹੜੀ ਸੈਂਟਰ ਕੋਲ ਸਾਰੀ ਪਾਵਰ ਆ ਇਹਦਾ ਹੱਲ ਕੀਤਾ ਜਾਵੇ, ਪਾਵਰ ਡਿਸਟਰੀਬਿਊਟ ਕੀਤੀ ਜਾਵੇ ਸਟੇਟਾਂ ਨੂੰ। ਹਾਂ, ਇੱਕ ਵਾਰੀ ਪਾਵਰ ਡੀਸੈਂਟਰਲਾਈਜ਼ ਹੋ ਜੇ, ਸਟੇਟਾਂ ਕੋਲ ਚਲ ਜੇ, ਫਿਰ ਸੌਖਾ। ਹੁਣ ਪੰਜਾਬ ਦੇ ਇਲੈਕਸ਼ਨ ਤੇ ਆਪਾਂ ਅੱਜ ਨਹੀਂ ਤੇ ਚਲੋ 10 ਸਾਲ ਮਿਹਨਤ ਕਰਕੇ ਇਨਫਲੂਐਂਸ ਕਰ ਸਕਦੇ ਹਾਂ, ਔਰ ਪੰਜਾਬੀ ਸਾਡੀ ਗੱਲ ਵੀ ਮੰਨਣਗੇ। ਆਪਾਂ ਪੰਜਾਬੀ ਬੋਲਣ ਵਾਲੇ, ਚਾਹੇ ਹਿੰਦੂ ਹੋਵੇ ਸਿੱਖ ਹੋਵੇ, ਉਹਨੂੰ ਦੱਸਾਂਗੇ ਸਮੱਸਿਆ ਬਾਰੇ, ਸਾਡੀ ਗੱਲ ਸੁਣੂਗਾ। ਪਰ ਸੈਂਟਰ 'ਚ ਜਾ ਕੇ ਚੇਂਜ ਲਿਆਉਣਾ ਤੇ ਬਹੁਤ ਜ਼ਿਆਦਾ ਔਖਾ, ਤੁਸੀਂ ਕਰ ਹੀ ਨਹੀਂ ਸਕਦੇ। ਰਾਈਟ। ਤੇ ਯੂ ਸੇਇੰਗ ਕਿ ਵੀ ਕੈਨ ਐਟਲੀਸਟ ਸਟਾਰਟ ਫਰੋਮ ਪੰਜਾਬ, ਲੇਕਿਨ ਅਗਰ ਹੁਣ ਅਸੀਂ ਟੈਕਨੀਕਲੀ ਦੇਖਿਆ ਜਾਏ, ਕਹਿਣ ਨੂੰ ਤੇ ਪਹਿਲਾਂ ਸਾਡੀ ਪਾਰਟੀ ਅਕਾਲੀ ਦਲ ਹੀ ਸੀਗੀ, ਪਾਰਟੀ ਤਾਂ ਅਕਾਲੀਆਂ ਦੀ ਸੀ, ਲੇਕਿਨ ਅਕਾਲੀਆਂ ਦੀ ਪਾਰਟੀ ਹੋਣ ਦੇ ਬਾਵਜੂਦ ਵੀ ਇੰਨਾ ਨੁਕਸਾਨ ਹੋਇਆ। ਹਾਂਜੀ, ਉਹਦਾ ਕਾਰਨ ਇਹ ਹੈ ਨਾ ਪਾਰਟੀ, ਹਾਂਜੀ, ਉਹ ਪਾਵਰ ਸੈਂਟਰ ਕੋਲ ਨਾ। ਜਦੋਂ ਵੇਖੋ ਅਕਾਲੀਆਂ ਦੀ ਵੀ ਸਰਕਾਰ ਹੁੰਦੀ ਸੀ, ਜੇ ਤੁਸੀਂ ਲਾਅ ਨਹੀਂ ਬਣਾ ਸਕਦੇ ਸੈਂਟਰ ਦੀ ਮਰਜ਼ੀ ਤੋਂ ਬਿਨਾਂ, ਜੇ ਤੁਸੀਂ ਪੈਸੇ ਨਹੀਂ ਖਰਚ ਸਕਦੇ ਸੈਂਟਰ ਦੀ ਮਰਜ਼ੀ ਤੋਂ ਬਿਨਾਂ, ਜੇ ਔਰ ਅਕਾਲੀਆਂ ਦਾ ਬੜਾ ਆਮ ਹੁੰਦਾ ਸੀ ਪਹਿਲਾਂ 2 ਸਾਲ ਸਰਕਾਰ ਰਹਿਣੀ ਤੇ ਇਹਨਾਂ ਨੇ ਸਰਕਾਰ ਢਾਹ ਦੇਣੀ, ਗਵਰਨਰ ਰੂਲ ਲਾ ਦੇਣਾ, ਅਸੈਂਬਲੀ ਡਿਸੋਲਵ ਕਰ ਦੇਣੀ। ਇਹ ਬਹੁਤ ਜ਼ਿਆਦਾ ਹੁੰਦਾ ਰਿਹਾ, ਇਹ ਖਾਸ ਕਰਕੇ 70s 80s ਦੇ ਵਿੱਚ। ਤੇ ਮਤਲਬ ਕਹਿਣ ਦਾ ਮਤਲਬ, ਜੇ ਤੁਹਾਡੇ ਪੱਲੇ ਹੀ ਕੱਖ ਨਹੀਂ ਆ ਤੇ ਉਹ ਕੋਈ ਫਰਕ ਨਹੀਂ ਪੈਂਦਾ ਪਾਰਟੀ, ਉਹ ਭਾਵੇਂ ਤੁਸੀਂ ਬਣ ਜਾਓ ਚੀਫ ਮਿਨਿਸਟਰ, ਮੈਂ ਬਣ ਜਾ, ਸਾਡੇ ਵਰਗਾ ਬੰਦਾ ਵੀ ਕੁਛ ਨਹੀਂ ਕਰ ਸਕੂਗਾ। ਆਲਰਾਈਟ। ਤੇ ਫਿਰ ਇਸ ਟਾਈਮ ਹੁਣ ਸਾਨੂੰ ਫਿਰ ਇਸ ਟਾਈਮ ਕੀ ਕਰਨਾ ਚਾਹੀਦਾ? ਸਿੰਘਾਂ ਨੂੰ, ਖਾਲਸੇ ਨੂੰ ਕੀ ਕਰਨਾ ਚਾਹੀਦਾ? ਖਾਲਸਾ ਤਾਂ ਚਲੋ ਹਲੇ ਪਤਾ ਨਹੀਂ, ਆਪਾਂ ਕਹਿ ਵੀ ਸਕਦੇ ਹਾਂ ਸਿੰਘਾਂ ਨੂੰ ਖਾਲਸਾ ਜਾਂ ਨਹੀਂ। ਡੂ ਯੂ ਥਿੰਕ ਕਿ ਵੀ ਖਾਲਸਾ ਸਿੰਘ ਇੱਕੋ ਹੀ ਗੱਲ ਹੈ, ਜਾਂ ਹਲੇ ਸਾਨੂੰ ਉਸ ਅਲੱਗ-ਅਲੱਗ ਸਟੇਜ ਹੈ, ਉੱਥੇ ਪਹੁੰਚਣ ਨੂੰ ਟਾਈਮ ਲੱਗੇਗਾ? ਤੇ ਕੀ ਕਰਨਾ ਚਾਹੀਦਾ ਇਸ ਤੋਂ, ਆਪਾਂ ਕੀ ਕਰੀਏ? ਇਹ ਤੇ ਭਾਈ ਔਖਾ ਸਵਾਲ ਆ। ਫਿਰ ਇਹ ਐਵੇਂ ਮੈਂ ਜਵਾਬ ਦਊਂਗਾ, ਇਹਦੇ ਵਿੱਚੋਂ ਵੀ ਲੋਕਾਂ ਨੇ ਮਤਲਬ ਸਹਿਮਤ ਵੀ ਬੜੇ ਹੋਣਗੇ, ਅਸਹਿਮਤ ਵੀ ਬੜੇ ਹੋਣਗੇ। ਦੈਟਸ ਰਾਈਟ। ਦੇਖੋ, ਸਾਡੇ ਪ੍ਰੋਗਰਾਮ ਦਾ ਮਕਸਦ ਇਹ ਹੈ ਕਿ ਅਸੀਂ ਲੋਕਾਂ ਦੇ ਸਾਹਮਣੇ ਬਿਲਕੁਲ ਰॉ ਥਾਟਸ ਸਾਹਮਣੇ ਰੱਖੀਏ, ਕੁਝ ਵੀ ਐਡੀਟਿੰਗ ਨਹੀਂ ਕਰਨੀ, ਕੁਝ ਵੀ ਬਦਲਾਵ ਨਹੀਂ ਕਰਨਾ, ਕੁਝ ਵੀ ਇਹ ਨਹੀਂ ਕਿ ਵੀ ਤੁਸੀਂ ਤਿਆਰੀ ਕਰਕੇ ਕਿਤੋਂ ਆਓ, ਜੋ ਤੁਹਾਡੇ ਅੰਦਰ ਹੈਗੀ ਬਸ ਤੁਸੀਂ ਉਹ ਗੱਲ ਕਰਨੀ ਹੈ। ਤੇ ਕੁਝ ਲੋਕਾਂ ਨੂੰ ਸਮਝ ਵੀ ਆਏਗੀ, ਕੁਝ ਨੂੰ ਨਹੀਂ ਵੀ ਸਮਝ ਆਏਗੀ, ਬਟ ਦੈਟਸ ਰਾਈਟ। ਜਿਨ੍ਹਾਂ ਨੂੰ ਸਮਝ ਆਏਗੀ ਕੀ ਪਤਾ ਉਹ ਤੁਰ ਪੈਣ, ਜਿਹਨੂੰ ਨਹੀਂ ਸਮਝ ਆਣਗੀ ਕੀ ਪਤਾ ਉਹ ਬੈਟਰ ਸੋਲੂਸ਼ਨ ਦੇ ਦੇਣ, ਹੈਨਾ? ਠੀਕ ਹੈ। ਬਾਕੀ ਇਹ ਜਿਹੜੀ ਖਾਲਸੇ ਦੀ ਗੱਲ ਆ, ਖਾਲਸਾ ਕੌਣ ਆ? ਵੇਖੋ, ਤਾਂ ਮੈਂ ਕਿਸੇ ਨੂੰ ਨਹੀਂ ਕਹਿੰਦਾ ਵੀ ਤੁਸੀਂ ਕੇਸ ਕਤਲ ਕਰਾਓ ਜਾਂ ਤੁਸੀਂ ਅੰਮ੍ਰਿਤ ਨਾ ਛਕੋ। ਮੈਂ ਸਾਰਿਆਂ ਨੂੰ ਕਹਿੰਦਾ ਵੀ ਤੁਸੀਂ ਗੁਰਸਿੱਖ ਬਣੋ। ਪਰ ਮੈਂ ਜੇ ਸਮਝਦਾ ਖਾਲਸਾ ਮੇਰੇ ਵਾਸਤੇ ਉਹ ਆ ਜਿਹੜਾ ਅੰਦਰੋਂ ਖਾਲਸਾ, ਜਿਹਦੀ ਸੋਚ ਖਾਲਸਾ ਹੀ ਆ, ਜਿਹਦਾ ਕਰਮ ਖਾਲਸਾ ਹੀ ਆ। ਹੁਣ ਇੱਕ ਵਾਰੀ ਬੰਦਾ ਅੰਦਰੋਂ ਸੁੱਚਾ ਹੋ ਜੇ, ਉਹਦਾ ਬਾਣਾ ਵੀ ਹੌਲੀ ਹੌਲੀ ਟਾਈਮ ਪਾ ਕੇ ਆ ਹੀ ਜਾਊਗਾ ਖਾਲਸੇ ਵਾਲਾ। ਮੇਰੇ ਵਾਸਤੇ ਇਦਾਂ, ਮਤਲਬ ਬੰਦਾ ਸੱਚ ਨਾਲ ਖੜਨ ਵਾਲਾ ਹੋਵੇ, ਇਨਸਾਫ ਨਾਲ ਖੜਨ ਵਾਲਾ ਹੋਵੇ, ਉਹਦਾ ਧਰਮ ਚਾਹੇ ਕੋਈ ਵੀ ਆ, ਜਾਤ ਪਾਤ ਕੋਈ ਵੀ, ਕੋਈ ਫਰਕ ਨਹੀਂ ਪੈਂਦਾ, ਬੰਦਾ ਖਾਲਸਾ। ਮੇਰੇ ਕਈ ਹਿੰਦੂ ਦੋਸਤ ਵੀ ਨੇ ਜਿਹੜੇ ਬੜੇ ਹਮਦਰਦੀ ਨੇ ਸਿੱਖਾਂ ਦੇ, ਜਿਹੜੇ ਮਤਲਬ ਬੋਲਦੇ ਨੇ ਬਲੂ ਸਟਾਰ ਖਿਲਾਫ। ਮਤਲਬ ਮੈਂ ਉਹਨਾਂ ਨੂੰ ਕਹਿੰਦਾ ਵੀ ਤੁਹਾਡੀ ਭਾਜੀ ਸੋਚ ਖਾਲਸੇ ਵਰਗੀ ਆ। ਮੈਂ ਉਹਨਾਂ ਨੂੰ ਖਾਲਸਾ ਜੀ ਕਹਿ ਕੇ ਐਡਰੈਸ ਕਰਦਾ, ਤੇ ਕੱਲ ਨੂੰ ਹੋ ਸਕਦਾ ਬਾਹਰੋਂ ਵੀ ਖਾਲਸਾ ਬਣ ਜਾਣ। ਤੇ ਬਾਕੀ ਕਰਨਾ ਕੀ ਚਾਹੀਦਾ ਸਾਨੂੰ, ਇਹਦਾ
ਇਹਦਾ ਮੇਰੇ ਕੋਲ ਹੱਲ ਨਹੀਂਗਾ ਜੀ। ਇਹ ਮੇਰੇ ਕੋਲ ਜੇ ਹੱਲ ਹੁੰਦਾ ਆਪਾਂ ਹੱਲ ਲਾਗੂ ਕਰ ਦੇਣਾ ਸੀ। ਮੇਰੇ ਕੋਲ ਕੋਈ ਹੱਲ ਨਹੀਂਗਾ। ਇੱਕ ਚੀਜ਼ ਆਪਾਂ ਕਰ ਸਕਦੇ ਹਾਂ, ਆਪਾਂ ਜਾਗਰੂਕ ਹੋਈਏ। ਅਜੇ ਜਾਗਰੂਕਤੀ ਨਹੀਂ ਹੈਗੀ ਸਿੱਖਾਂ ਦੇ ਵਿੱਚ ਗਰਾਊਂਡ ਲੈਵਲ ਤੇ। ਉਹਦੇ ਬੜੇ ਕਾਰਨ ਨੇ ਕਿਉਂ ਨਹੀਂ ਹੈਗੀ। ਪੁੱਛਦੇ ਆ ਵੀ ਆਪਣੇ, ਜਿੱਦਾਂ ਤੁਸੀਂ ਦੱਸਿਆ ਵੀ ਨੌਕਰੀ ਲੱਗ ਜਾਂਦੀ, ਬੰਦਾ ਕਹਿੰਦਾ ਮੈਨੂੰ ਇਹਨਾਂ ਚੀਜ਼ਾਂ ਦਾ ਮਤਲਬ ਕੋਈ ਨਹੀਂਗਾ, ਸਮਾਂ ਨਹੀਂ ਹੁੰਦਾ ਜਾਂ ਜੋ ਵੀ ਹੈ। ਤੇ ਦੂਜਾ ਕਾਰਨ ਇਹ ਵੀ ਆ, ਕੁਛ ਉੱਥੇ ਕਾਨੂੰਨੀ ਪਾਬੰਦੀਆਂ ਵੀ ਨੇ। ਕੁਛ ਗੱਲਾਂ ਨੇ ਜਿਹੜੀਆਂ ਤੁਸੀਂ ਇੰਡੀਆ ਦੇ ਵਿੱਚ ਬਹਿ ਕੇ ਨਹੀਂ ਕਰ ਸਕਦੇ। ਮੈਨੂੰ ਤਾਂ ਸਗੋਂ ਤੁਹਾਡੇ ਤੇ ਵੀ ਮੈਂ ਮਤਲਬ ਬੜੇ ਮਾਣ ਵਾਲੀ ਗੱਲ ਆ, ਤੁਸੀਂ ਆ ਖਾਲਸਾ ਰਾਜ ਚੈਨਲ ਇੰਡੀਆ ਦੇ ਵਿੱਚ ਬਹਿ ਕੇ ਚਲਾ ਰਹੇ ਜੇ। ਨਹੀਂ ਤੇ ਇਹਨੂੰ ਵੀ ਕਈ ਲੋਕੀ ਸੈਡੀਸ਼ਨ ਕਹਿ ਸਕਦੇ ਨੇ ਕਿ ਤੁਸੀਂ ਖਾਲਸਾ ਰਾਜ ਦੀ ਗੱਲ ਕਿੱਦਾਂ ਕਰਦੇ ਜੇ, ਵੀ ਆਪਣਾ ਤੇ ਦੇਸ਼ ਹੀ ਭਾਰਤ ਆ ਜਾਂ ਜੋ ਵੀ ਆ। ਔਰ ਬੰਦੇ ਅਰੈਸਟ ਹੁੰਦੇ ਵੀ ਨੇ ਉੱਥੇ ਏਦਾਂ, ਮਤਲਬ ਜਦੋਂ ਖਾਲਿਸਤਾਨ ਦੀ ਜਾਂ ਖਾਲਸਾ ਰਾਜ ਦੀ ਹਮਾਇਤ ਮਤਲਬ ਭਾਵੇਂ ਕੱਚੀ ਵੀ ਕੀਤੀ ਹੋਵੇ, ਉਹ ਤੁਹਾਡੇ ਖਿਲਾਫ ਯੂਜ਼ ਕੀਤੀ ਜਾ ਸਕਦੀ ਹੈ। ਰਾਈਟ, ਦੇਖੋ ਵੀਰ ਜੀ, ਵੀਡੀਓ ਦੇ ਵਿੱਚ ਆਪਾਂ ਬਿਲਕੁਲ ਕਲੈਰਿਟੀ ਰੱਖਦੇ ਹਾਂ ਕਿ ਅਸੀਂ ਕਿਸੇ ਵੀ ਚੀਜ਼ ਦੇ ਹੱਕ 'ਚ ਨਹੀਂ ਬੋਲਦੇ ਪਏ, ਨਾ ਕਿਸੇ ਨੂੰ ਆਪਾਂ ਅਗੇਂਸਟ ਬੋਲਦੇ ਪਏ ਹਾਂ। ਆਪਾਂ ਸਿਰਫ ਥਾਟਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਪਏ ਕਿ ਵੀ ਸਟੈਂਡ। ਬਾਕੀ ਹਾਂ, ਬਾਕੀ ਦੇਖੋ, ਬਾਕੀ ਤੇ ਜਿੱਦਾਂ ਅਕਾਲ ਪੁਰਖ ਦੀ ਮਰਜ਼ੀ ਹੈ ਨਾ, ਆਪਾਂ ਤੇ ਸੱਚ ਦੀ ਸਾਈਡ ਰੱਖਣੀ ਹੈ, ਸੱਚ ਦੀ ਸਾਈਡ ਦੇਣੀ ਹੈ। ਤੇ ਫਿਰ ਹੁਣ ਦੇਖੋ, ਉਹਦੇ ਵਾਸਤੇ ਫਿਰ ਭਾਵੇਂ ਮੌਤ ਨੇ ਅੱਜ ਵੀ ਆਣਾ, 50 ਸਾਲ ਬਾਅਦ ਵੀ ਆਣਾ, ਲੇਕਿਨ ਤੁਸੀਂ ਇੱਕ ਹੈਗਾ ਕਿ ਝੂਠ ਦੀ ਲਾਈਫ ਜੀ ਜਾਓ, ਝੂਠੇ ਬਣ ਕੇ ਝੂਠਾਂ ਨੂੰ ਸਪੋਰਟ ਕਰੀ ਜਾਓ, ਝੂਠ ਨੂੰ ਸਪੋਰਟ ਕਰੀ ਜਾਓ, ਤੇ ਉਦਾਂ ਦੀ ਲਾਈਫ ਜੀ ਜਾਓ। ਇੱਕ ਹੁੰਦਾ ਤੁਸੀਂ ਵੀ ਸੱਚ ਦੀ ਲਾਈਫ ਜੀਓ, ਤੁਹਾਨੂੰ ਨਿਡਰ ਹੋ ਕੇ ਕੰਮ ਕਰਨਾ ਚਾਹੀਦਾ। ਫਿਰ ਭਾਵੇਂ ਮੌਤ ਅੱਜ ਆ ਜੇ, 50 ਸਾਲ ਬਾਅਦ ਆ ਜਾਏ। ਇਹ ਬਿਲਕੁਲ ਬਹੁਤ ਵਧੀਆ ਭਾਜੀ ਉਦਾਹਰਨ ਦਿੱਤੀ ਹੈ। ਤੇ ਬਾਕੀ ਜਿਹੜੀ ਤੁਸੀਂ ਗੱਲ ਨਿਊਟਰੈਲਿਟੀ ਦੀ ਵੀ ਕੀਤੀ ਹੈ, ਉਹ ਵੀ ਵਧੀਆ ਕੀਤਾ, ਤੁਸੀਂ ਕਲੀਅਰ ਕਰਤਾ। ਚਾਹੀਦਾ ਇਦਾਂ ਹੀ ਆ, ਸੱਚ ਪੇਸ਼ ਕਰੋ ਤੇ ਆਪੇ ਮਤਲਬ ਜੋ ਸਹੀ ਚੀਜ਼ ਆਪੇ ਅੱਗੇ ਆਊਗੀ, ਲੋਕੀ ਆਪੇ ਪਰਖ ਲੈਣ ਵੀ ਕਿਹੜੀ ਸਹੀ ਕਿਹੜੀ ਗਲਤ ਕਿਹੜੀ। ਤੇ ਖਾਲਸਾ ਰਾਜ ਇਜ਼ ਨਾਟ ਕਿ ਵੀ ਅਸੀਂ ਇੰਡੀਆ ਨੂੰ ਖਤਮ ਕਰ ਦੇਣਾ ਜਾਂ ਕਿਸੇ ਕੰਟਰੀ ਨੂੰ ਖਤਮ ਕਰ ਦੇਣਾ। ਅਸੀਂ ਇੰਡੀਆ ਦੇ ਹੱਕ 'ਚ ਹੈ, ਅਸੀਂ ਤੇ ਇੰਡੀਆ ਦੇ ਵੀ ਹੱਕ 'ਚ ਹਾਂ, ਅਸੀਂ ਪਾਕਿਸਤਾਨ ਦੇ ਵੀ ਹੱਕ 'ਚ ਹਾਂ, ਅਸੀਂ ਅਫਗਾਨਿਸਤਾਨ ਦੇ ਵੀ ਹੱਕ 'ਚ ਹਾਂ। ਸਾਡਾ ਪੂਰਾ ਖਾਲਸਾ ਪੰਥ ਉੱਥੇ ਤੱਕ ਰਿਹਾ ਹੈ, ਉੱਥੇ ਸਾਡੇ ਗੁਰਦੁਆਰੇ ਹੈ, ਸਾਡੇ ਗੁਰੂਆਂ ਦੀ ਇਤਿਹਾਸ ਹੈ ਹਨਾ। ਅਸੀਂ ਕਿਸੇ ਦੇ ਵੀ ਖਿਲਾਫ ਨਹੀਂ ਹੈਗੇ। ਇਨਸਾਫ ਹੁੰਦਾ ਹੈ। ਹਾਂਜੀ, ਆਪਣੀ ਨਿੱਜੀ ਦੁਸ਼ਮਣੀ ਤੇ ਆਪਣੀ ਕਿਸੇ ਨਾਲ ਵੀ ਨਹੀਂ ਗੀ, ਕਿਸੇ ਕੌਮ ਨਾਲ ਸਾਡੀ ਦੁਸ਼ਮਣੀ ਨਹੀਂ, ਕਿਸੇ ਬੰਦੇ ਨਾਲ ਦੁਸ਼ਮਣੀ ਨਹੀਂ। ਠੀਕ ਹੈ, ਗ੍ਰੇਟ। ਤੇ ਐਨੀਥਿੰਗ ਐਲਸ ਦੈਟ ਯੂ ਵਿਸ਼ ਟੂ ਐਡ ਵੀਰ ਜੀ? ਤੇ ਕੁਝ ਹੋਰ ਯੂਥ ਵਾਸਤੇ ਮੈਸੇਜ ਆਪਣਾ, ਕੀ ਉਹਨਾਂ ਨੂੰ ਹੋਰ ਇਸ ਟਾਈਮ ਤੇ ਕੀ ਕਰਨਾ ਚਾਹੀਦਾ ਪਰਸਨਲ ਲੈਵਲ ਤੇ? ਮੇਰੇ ਕੋਲ ਤੇ ਏਦਾਂ ਇੱਕ ਛੋਟੀ ਕੋਈ ਸਲਾਹ ਦੇਣ, ਜੈਨਰਿਕ ਜਿਹੀ ਐਡਵਾਈਸ ਆ ਕਿ ਆਪਣੀ ਨੌਲੇਜ ਗੇਨ ਕਰੋ, ਪਤਾ ਕਰੋ ਕੀ ਹੋਣ ਦਿਆ। ਕੋਈ ਸਪੈਸੀਫਿਕ ਐਡਵਾਈਸ ਮੈਂ ਏਦਾਂ ਦੇ ਨਹੀਂ ਸਕਦਾ, ਮੇਰੇ ਕੋਲ ਹੈ ਨਹੀਂ ਕੁਛ। ਹਾਂਜੀ, ਤੇ ਬਸ ਉਹੀ ਸੀ। ऑलराइट, ग्रेट ਵੀਰ ਜੀ, ਆਪ ਜੀ ਨਾਲ ਗੱਲ ਕਰਕੇ ਬਹੁਤ ਅੱਛਾ ਲੱਗਿਆ। ਆਪ ਜੀ ਦੇ ਵਿਊਜ਼ ਕਾਫੀ ਅੱਛੇ ਲੱਗੇ। ਆਪ ਜੀ ਪਲੀਜ਼ ਇਨਸ਼ੋਰ ਕਰੋ ਕਿ ਉਹਦੀ ਜੋ ਆਪ ਜੀ ਦੀ ਬੁੱਕ ਹੈਗੀ ਹੈ ਉਹ ਵੀ ਆਪ ਜੀ ਸਾਡੇ ਨਾਲ ਸ਼ੇਅਰ ਕਰੋ, ਉਹਦੀ ਕਾਪੀ। ਹਾਂਜੀ ਬਿਲਕੁਲ ਜੀ, ਮੈਨੂੰ ਆਪਣਾ ਮੈਂ ਐਡਰੈਸ ਤੁਹਾਡਾ ਲੈ ਲੈਣਾ, ਮੈਂ ਤੁਹਾਨੂੰ ਕਾਪੀ ਮੇਲ ਕਰ ਦੂੰਗਾ। ਤੁਹਾਡੇ ਨਾਲ ਵੀ ਗੱਲ ਕਰਕੇ ਬਹੁਤ ਵਧੀਆ ਲੱਗਾ ਜੀ। ਮੈਂ ਪਹਿਲਾਂ ਥੋੜਾ ਸਕੈਪਟੀਕਲ ਸੀ, ਮੈਂ ਕਿਉਂਕਿ ਤੁਹਾਨੂੰ ਜਾਣਦਾ ਨਹੀਂ ਸੀ, ਮੈਂ ਕਿਹਾ ਪਤਾ ਨਹੀਂ ਕਾਹਦੇ ਬਾਰੇ ਆ, ਪਰ ਬਹੁਤ ਵਧੀਆ ਤੁਸੀਂ ਕੰਮ ਕਰ ਰਹੇ ਜੇ ਇੰਡੀਆ ਦੇ ਵਿੱਚ ਰਹਿ ਕੇ। ਰੱਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ। ਬਸ ਮੇਰਾ ਮੇਨ ਛੋਟਾ ਜਿਹਾ ਇਹੀ ਟਾਰਗੇਟ ਹੈ ਕਿ ਜਿੱਦਾਂ ਸਾਡੇ ਕੋਲ ਪੁਰਾਤਨ ਸਿੰਘਾਂ ਦੀ ਲਿਖਤ 'ਚ ਹੈਗੀ ਵੀ ਪੁਰਾਤਨ ਸਿੰਘ ਕਿਵੇਂ ਸੋਚਦੇ ਸੀ, ਕੀ ਕਰਦੇ ਸੀ, ਅੱਜ ਦੇ ਸਮੇਂ ਦੇ ਸਾਡੇ ਕੋਲ ਕੋਈ ਰਿਕਾਰਡ ਨਹੀਂ ਹੈ। ਥਾਟਸ ਨੂੰ ਰਿਕਾਰਡ ਕਰਕੇ ਅੱਗੇ ਯੂਥ ਨੂੰ ਹੋਰ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਆਪਣੇ ਚੈਨਲ ਦੇ ਥਰੂ। ਤੇ ਲੈਟਸ ਸੀ ਇਹਦਾ ਕੀ ਰਿਜ਼ਲਟ ਨਿਕਲਦਾ ਹੈ। ਆਪਾਂ ਤੇ ਪੋਜ਼ਿਟਿਵ ਰਿਜ਼ਲਟ ਸੋਚ ਕੇ ਹੀ ਕਰਦੇ ਪਏ ਆ। ਆਪਣਾ ਵਿਜ਼ਨ ਤੇ ਆਪਾਂ ਇੱਕੋ ਰੱਖਿਆ ਵੀ ਰਿਕਾਰਡ ਕਰੀਏ ਤੇ ਦੇਖੀਏ ਸਾਡਾ ਖਾਲਸਾ ਪੰਥ ਜਾਂ ਸਿੰਘ ਜੋ ਹੈ ਸਾਡਾ ਪੰਥ ਕਿੱਥੇ ਇਸ ਟਾਈਮ ਸਟੈਂਡ ਕਰਦਾ ਪਿਆ ਤੇ ਸਾਨੂੰ ਕਿੱਥੇ ਪਹੁੰਚਣ ਦੀ ਲੋੜ ਹੈ। ਬਿਲਕੁਲ ਜੀ, ਬਹੁਤ ਵਧੀਆ ਉਪਰਾਲਾ ਜੀ। ਆਈ ਹੋਪ ਰਾਈਟ। ਬਾਕੀ ਹੁਣ ਮੈਂ ਖੁਦ ਆਪ ਕੋਸ਼ਿਸ਼ ਕਰਦਾ ਪਿਆ ਸਿੱਖੀਜ਼ਮ ਨੂੰ ਵੀ ਪ੍ਰੈਕਟਿਸ ਕਰਨ ਦੀ, ਕਿਉਂਕਿ ਮੈਂ ਆਪ ਥੋੜਾ ਜਿਹਾ ਆਫ ਦਾ ਟਰੈਕ ਸੀਗਾ। ਤੇ ਹੁਣ ਦੇਖੋ ਅਕਾਲ ਪੁਰਖ ਕਿਰਪਾ ਕਰਨ ਤੇ ਆਪਾਂ ਜਿੱਦਾਂ ਹੋਰ ਅੱਗੇ ਵਧੀਏ ਤੇ ਚੜ੍ਹਦੀ ਕਲਾ ਹੀ ਹੋਏਗੀ। ਨਹੀਂ ਬਿਲਕੁਲ ਕਿਰਪਾ ਕਰਨਗੇ, ਦਿਵਾਲਾ ਬਹੁਤ ਸੋਹਣਾ ਬੰਨ ਲੈਂਦੇ ਜੀ। ਮਿਹਰਬਾਨੀ ਜੀ, ਮਿਹਰਬਾਨੀ। ਠੀਕ ਹੋ ਜੀ, ਠੀਕ। ਤੇ ਆਪਾਂ ਫਿਰ ਹੁਣ ਰਿਕਾਰਡਿੰਗ ਨੂੰ ਸਟਾਪ ਕਰਦੇ ਹਾਂ।